ਹੈਲੋ एवरीवन ਵੈਲਕਮ ਟੂ ਲਰਨਿੰਗ ਕਰਵ। आई होप ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਰਿਵੀਜ਼ਨ ਕਰ ਰਹੇ ਹੋਵੋਗੇ। ਹਿਸਟਰੀ ਦੀ ਸਾਰੀ ਜਿਹੜੀ ਆਪਣੀ 4 ਕਲਾਸਿਸ ਹੋ ਚੁੱਕੀਆਂ ਉਹਨੂੰ ਸਾਰਿਆਂ ਨੂੰ ਰਿਵਾਈਜ਼ ਕਰ ਲਓ। ਆਪਾਂ ਲਾਸਟ ਕਲਾਸ 'ਚ ਪੜ੍ਹ ਰਹੇ ਸੀ ਬਲਬਨ ਬਾਰੇ ਤੇ ਮੈਂ ਬਲਬਨ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਚੁੱਕਾ ਸੀ। ਬਲਬਨ ਨੇ ਕਿੱਦਾਂ ਸਜਦਾ ਦੇ ਪਾਈਬੋ ਸਿਸਟਮ ਇੱਥੇ ਇੰਟਰੋਡਿਊਸ ਕੀਤਾ ਸੀ ਦਿੱਲੀ ਸਲਤਨਤ 'ਚ। ਠੀਕ ਹੈ, ਉਹ ਬਹੁਤ ਹੀ ਇੱਕ ਸਟ੍ਰਿਕਟ ਰੂਲਰ ਸੀ ਤੇ ਆਪਾਂ ਉਹਦੀ ਗੱਲ ਕੀਤੀ ਸੀ। ਉਹਨੇ ਇੱਥੇ ਨਵਰੋਜ਼ ਫੈਸਟੀਵਲ ਜੋ ਕਿ ਇੱਕ ਪਰਸ਼ੀਅਨ ਤਿਉਹਾਰ ਸੀ ਉਹ ਇੱਥੇ ਨੇ ਸ਼ੁਰੂ ਕੀਤਾ ਸੀ। ਠੀਕ ਹੈ, ਜਿਹੜਾ ਕਿ ਬਾਅਦ 'ਚੋਂ ਬੈਨ ਕਰਤਾ ਸੀ ਔਰੰਗਜ਼ੇਬ ਨੇ। ਠੀਕ ਹੈ, ਸਜਦਾ ਤੇ ਪਾਈਬੋਸ ਕਿਹਨੇ ਬੈਨ ਕੀਤਾ ਸੀ? ਜਹਾਂਗੀਰ ਨੇ। ਫਿਰ ਆਪਾਂ ਨੈਕਸਟ ਗੱਲ ਕੀਤੀ ਸੀ, ਇਹਨੇ ਇੱਕ ਪੋਲਿਸੀ ਲਿਆਂਦੀ ਸੀ ਬਲੱਡ ਐਂਡ ਆਇਰਨ ਦੀ, ਜਿੰਦੇ ਵਿੱਚ ਜਿਹੜੀ ਬਲਬਨ ਦੀ ਤਲਵਾਰ ਹੈ ਉਹ ਖੂਨ ਦੀ ਪਿਆਸੀ ਹੈ ਕਿੰਦੀ ਕਲਪ੍ਰਿਟਸ ਦੀ। ਠੀਕ ਹੈ, ਫਿਰ ਆਪਾਂ ਅੱਜ ਨੈਕਸਟ ਗੱਲ ਕਰਾਂਗੇ ਬਲਬਨ ਦੇ ਬਾਰੇ ਕਿ ਹੋਰ ਉਹਨੇ ਕੀ ਕੀਤਾ ਸੀ। ਬਲਬਨ ਇੱਥੇ ਉਹਨੇ ਸਭ ਤੋਂ ਪਹਿਲੇ ਇੱਥੇ ਇੱਕ ਡਿਪਾਰਟਮੈਂਟ ਇਸਟੈਬਲਿਸ਼ ਕੀਤਾ ਸੀ ਜਿਹਦਾ ਨਾਮ ਸੀ ਦੀਵਾਨੇ ਫਰਜ਼। ਦੀਵਾਨੇ ਅਰਜ਼ ਇਹ ਇੱਕ ਮਿਲਟਰੀ ਡਿਪਾਰਟਮੈਂਟ ਸੀ ਜਿਹੜਾ ਕਿ ਬਲਬਨ ਨੇ ਇਸਟੈਬਲਿਸ਼ ਕੀਤਾ ਸੀ। ਹੁੰਦਾ ਕੀ ਸੀ ਇਸ ਡਿਪਾਰਟਮੈਂਟ 'ਚ? ਇਹ ਇੱਕ ਮਿਲਟਰੀ ਡਿਪਾਰਟਮੈਂਟ ਸੀ। ਹੁੰਦਾ ਕੀ ਸੀ? ਇਹਦੇ ਵਿੱਚ ਉਹ ਆਪਣੇ ਸੈਨਾ ਦੀ ਨਿਯੁਕਤੀ ਕਰਦਾ ਸੀ। ਇਹ ਸਭ ਤੋਂ ਪਹਿਲਾ ਬਲਬਨ ਇਹੋ ਜਿਹਾ ਬੰਦਾ ਜਿਹਨੇ ਸਭ ਤੋਂ ਪਹਿਲਾਂ ਮਿਲਟਰੀ ਡਿਪਾਰਟਮੈਂਟ ਕੋਈ ਇਸਟੈਬਲਿਸ਼ ਕੀਤਾ ਸੀ। ਇਸ ਤੋਂ ਪਹਿਲਾਂ ਅੱਜ ਤੱਕ ਕਿਸੇ ਨੇ ਮਿਲਟਰੀ ਡਿਪਾਰਟਮੈਂਟ ਕੋਈ ਇਸਟੈਬਲਿਸ਼ ਨਹੀਂ ਕੀਤਾ ਸੀ। ਇਹ ਫਸਟ ਰੂਲਰ ਰਿਹਾ ਜਿਹਨੇ ਫਸਟ ਮੁਸਲਿਮ ਰੂਲਰ ਹੈ ਜਿਹਨੇ ਇੱਕ ਇਸਟੈਬਲਿਸ਼ ਕੀਤਾ ਸੀ ਮਿਲਟਰੀ ਡਿਪਾਰਟਮੈਂਟ। ਠੀਕ ਹੈ, ਉਸ ਤੋਂ ਬਾਅਦ 'ਚੋਂ ਇਹਨੇ ਕੀ ਕਰਦਾ ਹੁੰਦਾ ਸੀ? ਇਹ ਆਪ ਹੀ ਸੈਨਾ ਦੀ ਨਿਯੁਕਤੀ ਕਰਦਾ ਸੀ, ਮਤਲਬ ਉਹਨਾਂ ਨੂੰ ਕੋਚਿੰਗ ਵੀ ਦਿੰਦਾ ਸੀ ਆਪ ਹੀ। ਅਤੇ ਹੁਣ ਕਰਦਾ ਕੀ ਸੀ? ਸਵੇਰੇ ਉੱਠ ਕੇ ਉਹਨਾਂ ਨੂੰ ਲੈ ਜਾਂਦਾ ਸੀ ਆਪਣੀ ਦਿੱਲੀ ਸਲਤਨਤ ਤੋਂ, ਮਤਲਬ ਜਿਹੜਾ ਮਹਿਲ ਇਹਦੇ ਤੋਂ 10 ਕਿਲੋਮੀਟਰ ਦੀ ਉਹਨੇ ਦੌੜ ਲਵਾਉਂਦਾ ਸੀ। ਇਹ ਇਨਡਾਇਰੈਕਟਲੀ ਚੈੱਕ ਕਰਦਾ ਸੀ ਕਿ ਆਪਣੀ ਸੈਨਾ ਕਿੰਨੀ ਕੁ ਫਿੱਟ ਹੈ। ਠੀਕ ਹੈ, ਅਤੇ ਇਹ ਉਹਨਾਂ ਨੂੰ ਲੈ ਜਾਂਦਾ ਸੀ 10 ਕਿਲੋਮੀਟਰ ਦੂਰ, 10 ਮੀਲ ਦੂਰ। ਇਹ ਇੱਕ ਮਿਲਟਰੀ ਡਿਪਾਰਟਮੈਂਟ ਸੀ। ਠੀਕ ਹੈ, ਦੀਵਾਨੇ ਅਰਜ਼। ਫਿਰ ਇਹਨੇ ਇੱਕ ਨੈਕਸਟ ਡਿਪਾਰਟਮੈਂਟ ਐਸਟੈਬਲਿਸ਼ ਕੀਤਾ ਸੀ, ਉਹਦਾ ਨਾਮ ਸੀ ਦੀਵਾਨੇ ਬਰੀਦ। ਦੀਵਾਨੇ ਬਰੀਦ ਕੀ ਸੀ? ਇਹ ਇੱਕ ਸਪਾਈ ਡਿਪਾਰਟਮੈਂਟ ਸੀ। ਹੁੰਦਾ ਕੀ ਸੀ? ਇਹਨੇ ਇਸ ਡਿਪਾਰਟਮੈਂਟ 'ਚ ਇਹਨੇ ਆਪਣੇ ਸਪਾਈ ਦੀ ਨਿਯੁਕਤੀ ਕਰਦਾ ਸੀ, ਮਤਲਬ ਜਸੂਸ ਦੀ ਨਿਯੁਕਤੀਆਂ ਕਰਦਾ ਸੀ। ਅਤੇ ਇਹ ਆਪਣੇ ਦਿੱਲੀ ਸਲਤਨਤ ਪੂਰੀ ਜਸੂਸ ਛੱਡਦਾ ਸੀ ਤਾਂ ਕਿ ਵੇਖਦਾ ਰਹਿੰਦਾ ਸੀ ਕਿ ਮਾਹੌਲ ਚਾਲ ਹੈ, ਕੋਈ ਉਹਦੀ ਬਗਾਵਤ ਤਾਂ ਨਹੀਂ ਕਰ ਰਿਹਾ, ਕੋਈ ਦਰਬਾਰੀ ਤਾਂ ਨਹੀਂ ਬਗਾਵਤ ਕਰ ਰਿਹਾ। ਉਹਦੇ ਜਿਹੜੇ ਦਰਬਾਰੀ ਸੀ ਉਹਨਾਂ ਨੂੰ ਇਹੀ ਡਰ ਲੱਗਾ ਰਹਿੰਦਾ ਸੀ ਕਿ ਬਲਬਨ ਨੇ ਕਿਤੇ ਉਹਨੂੰ ਆਪਣੇ ਜਸੂਸ ਤਾਂ ਨਹੀਂ ਛੱਡੇ ਹੋਏ ਸਾਡੇ 'ਚ, ਕਿਉਂਕਿ ਇੱਕ ਬਹੁਤ ਸਟ੍ਰਿਕਟ ਸੁਲਤਾਨ ਸੀ। ਇਹਨਾਂ ਦੋ ਡਿਪਾਰਟਮੈਂਟ ਕਰਕੇ ਹੀ ਦਿੱਲੀ ਸਲਤਨਤ 'ਤੇ ਬਹੁਤ ਵਧੀਆ ਰੂਲ ਕਰ ਰਿਹਾ ਸੀ ਇਹ। ਅਤੇ ਇਹ ਜਿਹੜਾ ਦੀਵਾਨੇ ਬਰੀਦ ਸੀ ਇਹ ਇੱਕ ਸਪਾਈ ਡਿਪਾਰਟਮੈਂਟ ਸੀ। ਠੀਕ ਹੈ, ਜਾਸੂਸੀ ਕਰਵਾਉਂਦਾ ਸੀ। ਜਿਹੜੇ ਸਪਾਈ ਸੀ ਇਹ ਡਾਇਰੈਕਟਲੀ ਰਿਸਪੋਂਸੀਬਲ ਹੁੰਦੇ ਸੀ ਕਿਹਨੂੰ? ਬਲਬਨ ਨੂੰ। ਠੀਕ ਹੈ, ਡਾਇਰੈਕਟਲੀ ਰਿਸਪੋਂਸੀਬਲ ਹੁੰਦੇ ਸੀ। ਫਿਰ ਇਹਨੇ ਨੈਕਸਟ ਡਿਪਾਰਟਮੈਂਟ ਐਸਟੈਬਲਿਸ਼ ਕੀਤਾ ਸੀ, ਉਹ ਸੀ ਵਜ਼ੀਰ ਮੁਮਾਲਿਕ। ਐਕਚੁਅਲੀ ਇਸ ਡਿਪਾਰਟਮੈਂਟ ਦਾ ਮਤਲਬ ਕੀ ਸੀ? ਵਜ਼ੀਰ ਦਾ ਮਤਲਬ ਹੁੰਦਾ PM। ਜਿਵੇਂ ਅੱਜ ਦੀ ਡੇਟ 'ਚ ਆਪਣੇ PM ਨਰਿੰਦਰ ਮੋਦੀ ਨੇ, ਉਸੇ ਤਰ੍ਹਾਂ ਵਜ਼ੀਰ ਦੀ ਬਹੁਤ ਮਹੱਤਵਤਾ ਸੀ ਉਸ ਟਾਈਮ 'ਚ, ਕਿਉਂਕਿ ਜਿਹੜੇ ਸੁਲਤਾਨ ਤੋਂ ਬਾਅਦ 'ਚੋਂ ਜੇ ਅਗਰ ਨੈਕਸਟ ਆਰਡਰਸ ਆਉਂਦੇ ਸੀ ਉਹ ਵਜ਼ੀਰ ਦੇ ਆਉਂਦੇ ਸੀ। ਠੀਕ ਹੈ, ਇਹਨੂੰ ਵਜ਼ੀਰ ਮੁਮਾਲਿਕ ਡਿਪਾਰਟਮੈਂਟ ਸੀ। ਵਜ਼ੀਰ ਮੁਮਾਲਿਕ 'ਚ ਕੀ ਹੁੰਦਾ ਸੀ ਡਿਪਾਰਟਮੈਂਟ 'ਚ? ਸਭ ਤੋਂ ਉੱਪਰ ਤੋਂ ਹੁੰਦਾ ਸੀ ਵਜ਼ੀਰ, ਜੋ ਅੱਜ ਦੀ ਡੇਟ 'ਚ ਐਟ ਪ੍ਰੈਜ਼ੈਂਟ PM ਹੈ। ਠੀਕ ਹੈ, ਵਜ਼ੀਰ। ਉਹਦੇ ਥੱਲੇ ਹੁੰਦਾ ਸੀ ਨਾਇਬੇ ਵਜ਼ੀਰ।
फिर इनके थल्ले हुंदे सी मुशरफे मुमालिक ते मुस्तफ़ा मुमालिक। सब तो उपर वजीर एज अ PM जो अज काम करता है, फिर नायबे वजीर जो इन्हू इंस्ट्रक्शन देगा, इंस्ट्रक्शन नहीं मतलब इनकी हैल्प करेगा, ठीक है। फिर उनके थल्ले हुंदा सी मुशरफे मुमालिक, फिर हुंदा सी मुस्तफे मुमालिक। ਜਿਹੜਾ ਆ ਹੁੰਦਾ ਸੀ मुशरफे मुमालिक एट प्रेजेंट, जब आप गल करें ऑडिटर नाल कंपेयर कर सकते हैं इनू, ठीक है। ऑडिटर मतलब महालेखाकार, ठीक है, महालेखाकार। मुशरफे मुमालिक जिन्ने भी सेंटर ते स्टेट के एक्सपेंडिचर्स होंगे ने, ठीक है, वो मुशरफे मुमालिक देखेगा, ठीक है। तो उन्होंने चैक कौन करेगा? मुस्तफे मुमालिक। अज की डेट जो आप कर सकते हैं ऑडिटर जनरल, ठीक है। वजीर, नायबे वजीर, मुशरफे मुमालिक, मुस्तफे मुमालिक, ये सेंटर ते स्टेट के जिन्ने भी एक्सपेंडिचर होंगे पे ने चैक करेगा कौन? ऑडिटर। ये चैक करेगा मतलब ये सारा लिख दुख रखेगा, उनका कुछ गलती ना की होए, सारा कुछ ठीक है, वो कौन चैक करेगा? मुस्तफे मुमालिक, ये ऑडिटर जनरल, ठीक है। क्लीयर है सब कुछ? 3 डिपार्टमेंट्स इनके, दीवाने अर्ज, दीवाने बरीद ते वजीर मुमालिक। फिर नैक्सट गल करिए तो इन्हें किलोकर सिटी तो किलोकर फोर्ट वसाया सी, दिल्ली शहर के नाल ही है बिल्कुल, कुतुब मीनार के कोल ही है किलोकर सिटी तो किलोकर फोर्ट, ठीक है। जिहड़ा किलोकर फोर्ट सी उनके अंदर ही इन्हें एक अपना महल बनाया होया सी जिथे ये बह के रूल करता सी, ठीक है। जिहड़ा किलोकर फोर्ट है इनू कंपेयर किया जाता है, ये मन्निया जाता है कि ये जिहड़ा हैगा ये रैड फोर्ट है किंदा? बलबन दा, ठीक है। किलोकर फोर्ट ये बलबन ने, बलबन का रैड फोर्ट कह सकते तुसी, बलबन रैड फोर्ट है, ध्यान रखना। तो किलोकर सिटी ये एट प्रेजेंट इस टाइम दोवें वीरान हो चुके हैं। जिहड़ा किलोकर सिटी है ये तो इस टाइम इस प्रेजेंट एक छोटा जिहा विलेज ही रह गया, ये दोवें दिल्ली के कोल ही है। इत्थे बह के वो राज करता सी, ठीक है। इनके अंदर एक महल बनया होया सी, उत्थे रहिंदा सी, ठीक है, लाल महल, ठीक है। इत्थे बह के राज करता सी कौन? बलबन। तो एक सिटी सी किलोकर सिटी, तो ये दोवें हुण एट प्रेजेंट विलेज बन चुका है, छोटा जिहा है। जिद्दां कि तुहानूं मैं दस्सिया कि बलबन बहुत एक स्ट्रिक्ट सी रूलर सुल्तान सी, बहुत ही स्ट्रिक्ट सी, जो भी इन्दी गल्लां नहीं मनदे सी वो मतलब ये या तो ना सिर धड़ तुला करा दिंदा सी या कुछ इहो जी सज़ा दिंदा सी जो कि मतलब पब्लिक पनिशमेंट दिंदा सी, पब्लिक के सामने दिंदा सी ताकि कोई इन फ्यूचर च उन्होंने दोबारा ना कर पाए। बट इनका एक फास्ट फ्रेंड होंदा सी फकरुद्दीन, ठीक है, फकरुद्दीन, ठीक है। उनकी गल बहुत मनदा सी। होया कि सी एक बारी इन्हें जो इल्तुतमिश के द्वारा स्टार्ट किया गया सी इकता सिस्टम, इन्हें सोचा कि वो मैं बंद करदा, ये बंद करन दी मतलब इन्हें अनाउंस करता कि इकता सिस्टम अज तो बाद लागू नहीं होएगा, ठीक है। क्योंकि जेडे भी बुढ़े हो जाते सी मुसलमान उन्होंने कहता सी इकता नहीं देना उन्होंने, ठीक है, उन्होंने इकता नहीं देना। क्योंकि फिर जो फकरुद्दीन सी इन्हें इनू कहा कि तू जोड़ा एकता सिस्टम ये ना बंद कर, क्योंकि जनता तेरा विद्रोह करेगी, ठीक है, तो तेन तेरी गद्दी ते भी खतरा पेगा तेनों, ठीक है। तो इन्हें उनकी गल मन्नी भी सी फकरुद्दीन, ठीक है। ओल्ड कोतवाल ऑफ दिल्ली भी कहते उन्होंने फकरुद्दीन।
ओल्ड कोतवाल ऑफ दिल्ली। इनकी गल बहुत मानता सी, फास्ट फ्रेंड सी फखरुद्दीन का, बलबन का, ठीक है, फखरुद्दीन, ठीक है। फिर आप नैक्सट गल करिए तो जिद्दां कि तुहानूं दस्सिया सी इन्हें चेन ऑफ फोर्ट्स बनाए सी। चेन ऑफ फोर्ट्स मतलब नॉर्थ वैसट फ्रंटियर ते जिन्ने भी मंगोल ते हमले हुंदे सी, ठीक है, जिन्ने भी मंगोल के द्वारा हमले हुंदे सी उन्होंने रोकने लई इन्हें चेन ऑफ फोर्ट्स बनाए सी। आई थिंक मैं तुहानूं लास्ट क्लास उनके बारे थोड़ा दस्सिया भी सी, जिद्दां कि चाइना की बनी सी ग्रेट वॉल ऑफ चाइना, है ना, उस तरह इन्हें बनाए सी अपने इत्थे चेन ऑफ फोर्ट्स नॉर्थ वैसट फ्रंटियर ते, जिवें जिन्ने भी अपने नॉर्थ वैसट तो उत्तर कश्मीर पंजाब दिल्ली वाले पासे जिन्ने भी हुंदे ने हमले उन्होंने रोकने लई इन्हें की बनाए सी, चेन ऑफ फोर्ट्स बनाए सी। उनदे विच ही इनका खुद का बेटा ही मारिया जाता है, जिनका कि अफसोस ज़्यादा नहीं जताता दुनिया अगे, बट खुद अकेले रह के आपदे महल ते जाके उच्ची उच्ची रोंदा भी सी ते बट ये दुनिया अगे ये प्रजेंट करता सी कि मैं बहुत स्ट्रिक्ट हाँ, मतलब मैनू कोई गम नहीं, ठीक है, ताकि दुनिया विद्रोह ना करे इनका, ठीक है। बट ये अंदरों अंदरी बहुत ही ज़्यादा उस गम च डुबिया हुआ सी आपदे बेटे की मौत नूं लैके। फिर 1287 च इसकी मृत्यु हो जाती है, ठीक है, 1287 च मृत्यु हो जाती है। उस तो पहले इन्हें जिहड़े 40 टर्किश नोबल्स का डिपार्टमेंट सैट किया सी इल्तुतमिश के द्वारा, उन्होंने बैन करता है। उन्होंने बैन इसलिए करता क्योंकि ये उनका खुद का पार्ट रहा होंदा है। 40 टर्किश नोबल्स विचों ये भी एक वन ऑफ द नोबल्स होंदा है जो इल्तुतमिश राज करता है, तो इन्हें देखा होंदा है किद्दां 40 टर्किश नोबल्स मतलब किसी भी नॉन डिजर्विंग नूं गद्दी ते बा दिंदे ने। तो इस तरह इन्हें ये सोचा कि मेरी आने वाली पीढ़ी जो गद्दी ते बैठेगी उन्होंने 40 टर्किश नोबल्स का मतलब विद्रोह ना सहना पवे, ठीक है। बट ये बैन तो कर देंगे 40 टर्किश नोबल्स, बट इन्हें जो आने वाली पीढ़ी होंगी वो बहुत निकम्मी होंगी, उन्होंने को इन्ना वड्डा जो शासन है वो संभालिया ही नहीं जाता, ठीक है। तो ये 1287 च इनकी मृत्यु हो जाती है। ठीक है, 1287 च इनकी मृत्यु होंदी है। एक इंटरस्टिंग गल है इत्थे, जो इनकी मृत्यु हो जाती है एक कई जो अपने लाल महल च बैठा होंदा है, जिहड़ा किलोकर फोर्ट है उन्होंने जिहड़ा लाल महल उन्होंने जो बैठा होंदा है, एक काफ़ी दिन बाहर ही नहीं आता, उत्थों काफ़ी दिन ये बाहर ही नहीं आता। तो किसी भी दरबारी का इन्ना दुस्साहस ही नहीं होंदा कि वो जाके चैक कर लें कि राजा बाहर नहीं आ रहा, ठीक है, क्योंकि तुहानूं दस्सिया दी ब्लड ऑफ आयरन एंड पॉलिसी वाली, ठीक है, आयरन एंड ब्लड पॉलिसी दस्सी ना। फिर कुछ दरबारी साहस करते हैं तो जाते हैं चैक करते हैं सुल्तान नूं, ठीक है, ये उत्थे पिया होंदा है उत्थे लम्मे, मतलब मर्ग अवस्था च पिया होंदा है लम्मे। फिर भी इनू वेख के वो ये नहीं कहते कि साडा सुल्तान मर चुका है, क्योंकि इन्होंने ये लगता दरबारियों को हले भी इन्ना डर होंदा है कि सुल्तान किते एक्टिंग तो नहीं कर रहा, साडी परीक्षा तो नहीं लै रहा कि मेरे मरण तो बाद दरबारी की सोचते हैं मेरे बारे, ठीक है। फिर जो दरबारियों को कन्फर्म हो जाता है कि सुल्तान की मृत्यु हो चुकी है, ये की करते हैं अपना सिरों गंजे हो जाते हैं चंगी तरह दरबारी, ठीक है, सिर तो बाल्ड होकर चंगी तरह। ये जो इनू दफनान जा रहे होंगे ने तो जिन्नी भी धूल ते जिहड़े अपनी मिट्टी होंदी ना, मिट्टी उनके जिहड़ी रेता के कण होंदे ना वो अपने इत्थे मतलब फूलों की तरह अपने इत्थे उपर सुट्टदे होंदे, ताकि इन्होंने यही डर लगता है कि जिद्दां कि बलबन उठ के यही ना वेख ले कि उनका जिहड़ा जनाजा किद्दां मतलब उन्हें दरबारी चक रहे हैं, ठीक है। इन्होंने दरबारी को इन्ना को डर है इन्हों को बलबन तो, ईवन कि उनकी मृत्यु नूं भी वो ये नहीं समझते कि उनकी परीक्षा लै रहे हैं। फिर इनकी मौत तो बाद 3 रूलर्स आते हैं, कैकाबाद ये रूल करता है 1287 तो लैके 1289 तक, ठीक है। एक ग्रैंड सन ऑफ बालबन ही है, ठीक है, कैकाबाद। फिर नेक्स्ट आता है कैखुसरो, ये रूल करता है 1289, इस सन ऑफ बालबन
पहले ग्रैंडसन रूल करता है, फिर सन आता है, फिर आता है कयूमस। ये रूल करता है 1290 तक, ठीक है। ये भी सन है, ग्रैंड सन है, ठीक है। कुछ हिस्टोरियंस या कुछ बुक्स च कैकाबाद नू लास्ट जिहड़ा दिल्ली सल्तनत का मतलब मन्ना गया है, जिहड़ी दिल्ली स्लेव डायनेस्टी का कैकाबाद नू लास्ट रूलर मन्निया जाता है। बट जे ऑप्शन च तीनों होण तुसी टिक करना है कयूमस ते, ठीक है। तुसी ऑप्शनल के हिसाब नाल चलना है। जे कैकाबाद नहीं है तुसी कयूमस लाना है, ठीक है। जे कयूमस प्रेजेंट नहीं है तुसी कैकाबाद लाना है, क्योंकि कयूमस नू बहावलपुर के जिले तो जलाउद्दीन खिलजी कैद कर लेंदा है, किडनैप कर लेंदा है, फिर उनकी हत्या कर दिंदा है ते नींह रखदा किंदी खिलजी वंश की। इनू बहावलपुर के किले तो बहावलपुर ते फोर्ट तो किडनैप करके रख लेंदा है। जलाउद्दीन खिलजी किडनैप करता है, ठीक है। तो नींह रखते किंदी खिलजी वंश की। हुण आपां नैक्सट पढ़ांगे खिलजी वंश बारे। बलबन बारे तुहानूं सारा कुछ क्लीयर होएगा आई थिंक, ठीक है। सजदा पाइबोस सिस्टम इन्हें इंट्रोड्यूस किया। पाइबोस मतलब किस द फीट ऑफ सुल्तान, पॉलिसी ऑफ ब्लड एंड आयरन, ठीक है। आप गल की इहदे बारे, बहुत ही स्ट्रिक्ट सुल्तान सी। दीवाने अर्ज, दीवाने बरीद डिपार्टमेंट, वजीर ममालिक डिपार्टमेंट इन्हें फिर किया, ठीक है। वजीर, नायबे वजीर, मुस्तफ़ी ममालिक, मुशरफ ममालिक, ठीक है। एक ऑडिटर जनरल। फिर अपन नैक्सट गल की सी उनके बारे बलबन दे चेन ऑफ फोर्ट्स, ठीक है। तो किद्दां ये मरिया 1287 च। हुण आपां नैक्सट गल करांगे बहावलपुर के किले ते कयूमस की जो हत्या हो जाती है। ये तीनों एक्चुअली बहुत निकम्मे सुल्तान जिन्हें मैं गल की सी, इन्हों को संभालिया ही नहीं गया शासन। अज आपां हुण गल करांगे खिलजी वंश बारे। खिलजी वंश बारे, खिलजी वंश का एक्चुअली मन्निया जाता है ये सारे खिलजी तुर्क सी, ठीक है। खिलजी तुर्क सी ते ये कित्थों आए सी? ये आए सी हलमन अफगानिस्तान तो। हेलमंड तो आए सी एक जगह है अफगानिस्तान च, उत्थों आए सी। एक खिलजी तुर्क सी सारे 1296 90 तो लैके 1320, ठीक है। खिलजी रूल करते हैं। हेलमंड तो आते हैं अफगानिस्तान तो आते हैं, ठीक है। उत्थे ये एक्चुअली होर्सिस का सप्लाई करते सी किनू? दिल्ली सल्तनत नूं। फिर होर्सिस सप्लाई करते करते हौली ये रूलिंग च आ जाते हैं, रूल करना शुरू कर देते हैं हौली हौली, ठीक है। जलाउद्दीन खिलजी जो हत्या कर देना कयूमस की। सब तो पहला रूलर किहड़ा आएगा? जलाउद्दीन खिलजी। बारह सौ नब्बे तो लैके 1296। नैक्सट आएगा रुकनुद्दीन इब्राहिम। थोड़ी देर शासन कर रहा है, 3-4 महीने ही, 2-3 महीने आई थिंक करता है बस, ठीक है। फिर सब तो मेन आएगा अलाउद्दीन खिलजी। फिर आएगा, ये सब तो मेन है एक्चुअली,
शहाबुद्दीन उमर। ये भी थोड़ी देर लिए करता शासन। फिर मुबारक शाह खिलजी। मुबारक शाह खिलजी रूल करेगा 1316 तो लेके 1320। फिर लास्ट पे आएगा, अब इत्थे लिख देना, नसीरुद्दीन खुसरो खान। ठीक है, यानी खुसरो शाह भी कह देंगे ने। ये हिंदू सी पहले, फिर मुस्लिम च कन्वर्ट हो गया। ये फर्स्ट इंडियन मुस्लिम है जिहड़ा सुल्तान बनेगा, नहीं तो बाकी सारे कित्थों आ रहे हैं, अफगानिस्तान टर्क ने सारे। ठीक है, तुर्की खिलजी सी, ये पहला इंडियन मुस्लिम सी। पहले ये हिंदू सी, उस तो बाद चो की हो गया सी, मुसलमान बन गया सी। ठीक है, नसीरुद्दीन खान तो या खुसरो शाह। इनका स्क्रीनशॉट लेना तो ले लो। मेन इंदे चो अलाउद्दीन खिलजी ही है। ਜਿਹੜੀ ਪੁਰਾਣੀ ਕਲਾਸਿਸ ਹੈ ਉਹ ਜ਼ਰੂਰ ਰਿਵਾਈਜ਼ ਕਰਦੇ ਰਹੋ, ਤਾਂ ਹੀ ਤੁਹਾਨੂੰ ਸਮਝ ਲੱਗੇਗੀ ਚੰਗੀ ਤਰ੍ਹਾਂ, ਵਰਨਾ ਸਾਰਾ ਸਕਿਪ ਹੋ ਜਾਣਾ ਹੈ ਮਾਈਂਡ 'ਚੋਂ। सब तो पहला जब गल करांगे किंदे बारे, जलाउद्दीन खिलजी बारे। जलाउद्दीन खिलजी बारे थोड़ा बहुत ही है, ज़्यादा नहीं हैगा। ठीक है, 1290 तो लगे 1296 तक रूल करता है जलाउद्दीन खिलजी। जलाउद्दीन खिलजी ਇਹ ਨਵੇਂ ਤਰੀਕੇ ਨਾਲ ਰੂਲ ਕਰਨਾ ਸ਼ੁਰੂ ਕਰ ਦਿੰਦਾ ਹੈ। ਮਤਲਬ ਜਿੱਦਾਂ ਕਿ ਇਹਨੇ ਵਿਟਨੈਸ ਕਿੰਨਾ ਹੁੰਦਾ ਹੈ, ਬਾਲਬਨ ਆਪਣੇ ਕਿਵੇਂ ਮਹਿਲ 'ਚ ਜਿਹੜਾ ਲਾਲ ਮਹਿਲ ਹੈ ਉੱਥੋਂ ਰੂਲ ਕਰਦਾ ਹੈ, ਕਿਵੇਂ ਉਹਦੇ ਦਰਬਾਰੀ ਜਿਹੜੇ ਨੇ ਮਤਲਬ ਉਹਦੇ ਅਗੇਂਸਟ ਇੱਕ ਬੋਲ ਵੀ ਨਹੀਂ ਸਕਦੇ। ਉਸ ਮਤਲਬ ਉਹ ਸ਼ਰਾਬ ਪੀਣਾ ਜਾਂ ਕੁਛ ਵੀ ਪੀਣਾ ਉਹਦੇ ਨਾਲ, ਜਾਂ ਕੁਛ ਵੀ ਮਤਲਬ ਸ਼ੇਅਰ ਕਰਨਾ ਦਰਬਾਰੀ, ਮਤਲਬ ਉਹ ਡਰਦੇ ਸੀ ਉਹਨਾਂ ਕੁਛ ਵੀ ਸ਼ੇਅਰ ਕਰਨਾ। ਤੇ ਉਹਨੇ ਵਿਟਨੈਸ ਕੀਤਾ ਹੁੰਦਾ ਕਿਹਨੇ, ਜਲਾਉਦੀਨ ਖਿਲਜੀ ਨੇ। ਇਸ ਕਰਕੇ ਇਹਨੇ ਉਹਦੇ ਮਹਿਲ ਤੋਂ ਰੂਲ ਹੀ ਨਹੀਂ ਕੀਤਾ, ਕਿਲੋਕਰ फोर्ट तो या किलोकर सिटी से रूल ही नहीं किया। किंदे तो जलाउद्दीन खिलजी ने उतों रूल ही नहीं किया बलबन तो। ओ किलोकर फोर्ट तो इनके टाइम पीरियड च 1294 के राउंड अबाउट या 1290 के विच इन्हें आपका भतीजा, ठीक है, इन्हें दमाद, ठीक है, अलाउद्दीन खिलजी जिहड़ा कि सी ਉਹਨੂੰ ਸੈਨਾਪਤੀ ਦੀ ਗੱਦੀ ਦਿੱਤੀ। ਉਸ ਤੋਂ ਬਾਅਦ 'ਚੋਂ ਸੈਨਾਪਤੀ ਦੀ ਗੱਦੀ ਦਿੱਤੀ ਅਤੇ ਉਹਨੇ ਬਹੁਤ ਹੀ ਵਧੀਆ ਰੋਲ ਪਲੇ ਕੀਤਾ ਸੀ। ਜਿੰਨੇ ਵੀ ਲਾਈਕ ਕਯੂਮਜ਼ ਕੈ ਖੁਸਰੋ ਕੈਕਾਬਾਦ ਨੇ, ਜਿੰਨੇ ਵੀ ਮਤਲਬ ਜਦੋਂ ਉਹ ਨਿਕੰਮੇ ਰੂਲਰ ਆਏ ਸੀ ਦਿੱਲੀ ਸਲਤਨਤ 'ਚੋਂ, ਜਿੰਨੇ ਵੀ ਮਤਲਬ ਵਿਦਰੋਹ ਕਰਨਾ ਸ਼ੁਰੂ ਕਰਤੇ ਸੀ, ਅਲਾਉਦੀਨ ਖਿਲਜੀ ਨੂੰ ਭੇਜਿਆ ਗਿਆ ਸੀ ਜਲਾਉਦੀਨ ਦੁਆਰਾ ਕਿ ਜਾ ਕੇ ਉਹ ਜਿਹੜੇ ਰਾਜੇ ਨੇ ਦੁਬਾਰਾ ਐਡ ਕਰ ਲੈ। ਐਕਸਪੀਡੀਸ਼ਨ ਕੀਤਾ ਉਹਨਾਂ ਰਾਜੇ ਦੁਬਾਰਾ ਤੋਂ, ਕਿੰਦੇ ਵਿੱਚ ਐਡ ਕੀਤਾ, ਦਿੱਲੀ ਸਲਤਨਤ 'ਚ ਐਡ ਕੀਤਾ ਦੁਬਾਰਾ ਤੋਂ ਅਲਾਉਦੀਨ ਖਿਲਜੀ ਨੇ। ठीक है, सेनापति तो बनन तो पहला इन्हें अलाउद्दीन खिलजी ने बहुत पोस्ट पर काम किया सी। अमीर खूर से तुम दसिया सी रॉयल स्टेबल थी, ठीक है, कमांडर इन चीफ थी, ठीक है। बाद जो सूबेदार बनया सी, सूबेदार की पोस्ट पर जान तो पहला सेनापति बनया, सेनापति तो फिर अमीर खूर, ठीक है। हुण आप नैक्सट गल करांगे जलाउद्दीन खिलजी ने अटैक्स किहड़े कीते। एक्चुअली अटैक ये नहीं करता सी, अटैक इहदा भतीजा ही करता सी, दमाद जो कि अलाउद्दीन खिलजी। 1294 ने अटैक किया सी, किन्ने जलाउद्दीन खिलजी ने भेजा आपदे भतीजे नूं कित्थे,
MP 'ਚ मध्य प्रदेश बिसला नामक जगह ते भेजा। हुण बिसला ते इन्ने उत्थे बहुत अलाउद्दीन खिलजी ने मतलब उत्थों दे राजा नूं हराया। ठीक है, उत्थे बहुत संपत्ति सी वो लुट ली। ठीक है, जो ये संपत्ति लुट के वापस आया कित्थे दिल्ली सल्तनत जलाउद्दीन खिलजी को, ते जिहड़ा इहदा चाचा सी जलाउद्दीन खिलजी वो बहुत खुश होया। चाचा इनू खुश होकर इनू सूबेदारी देती किंदी कड़ा मानिकपुर ते अवध दी। कड़ा मानिकपुर एक प्लेस है यूपी च इलाहाबाद के कोल ही है। ठीक है, एट प्रेजेंट आई थिंक कौशांबी जिले को है। इन्हें कड़ा मानिकपुर की सूबेदारी देती बिसले की जित तो बाद अलाउद्दीन खिलजी नूं। ठीक है, अवध का भी सूबेदार बनाता 1294 हुण जो अटैक करन गया सी अलाउद्दीन खिलजी बिसला च, उत्थे इनू पता लगा सी कि एवें दी इस तो मतलब 10 गुना ज़्यादा संपत्ति कित्थे मिलेगी तुहानूं दियोगिरी। दियोगिरी कित्थे सी? वो कित्थे सी? साउथ इंडिया च, महाराष्ट्र के कोल है दियोगिरी। इत्थे 10 गुना संपत्ति मिलेगी। तो ठीक है, तो इन्हें सुनिया सी उस चीज़ बारे अलाउद्दीन खिलजी ने। हुण 1296 च फिर अटैक करता कौन? अलाउद्दीन खिलजी नूं भेजदा जलाउद्दीन खिलजी कि फिर बिसला जा अटैक कर, उत्थों संपत्ति लुट के लिया। ठीक है, हुण जिहड़ा अलाउद्दीन खिलजी है वो सेना लैके जाना चाहिए उन्होंने बिसला, बट वो जाता कित्थे? दियोगिरी। ठीक है, क्योंकि उन्हें सुनिया सी दियोगिरी बारे कि इत्थे बहुत ज़्यादा संपत्ति है। हुण दियोगिरी का रूलर कौन सी उस टाइम? उत्थे रूल कर रही सी यादव डायनेस्टी। यादव डायनेस्टी ते उत्थे उनका रूलर सी रामचंद्र देव। उनका गुमंडा ही शंकर देव उदों गया होया सी अपने साउथ इंडिया मिशन च, ते रामचंद्र देव रूल कर रहा सी। ते जिवें अलाउद्दीन खिलजी जाता है, अलाउद्दीन खिलजी दियोगिरी, ते उत्थे जाके हरा दिंदा किनू? रामचंद्र नूं। तो बहुत ज़्यादा संपत्ति लुट के आंदा है, बहुत ही ज़्यादा, मतलब तुसी 10 गुना ज़्यादा संपत्ति जो इन्हें बिसले च लुटी होंदी है उस तो ज़्यादा संपत्ति लुट के लिया है। ये वापस दिल्ली सल्तनत नहीं जाता, ये वापस दिल्ली सल्तनत नहीं जाता, ये जाता कित्थे है? ये जाता है कड़ा मानिकपुर। कड़ा मानिकपुर आपदी प्लेस ते जाता यूपी च, उत्थे जाके ठीक है ये आपदे भरा उमास बेगम आई थिंक। ठीक है, अलमास बेग, अलमास बेग इनका भरा होंदा है अलाउद्दीन खिलजी का। ये कड़ा मानिकपुर जो पहुँच जाता है इन्नी संपत्ति लैके, तो अलमास बेग नूं भेजता दिल्ली कि जाके चाचे नूं कहो, ठीक है, जलाउद्दीन खिलजी नूं, कि वो जिहड़ा उन्हें तुहाडे जिहड़े उद्देश है जिहड़े भी तुसीं उहनूं दित्ते सी, मतलब संदेश उद्देश दिते सी, उनकी उल्लंघना की है। ठीक है, मैं बिसला नहीं जिहड़ा अलाउद्दीन खिलजी है बिसला नहीं गया, और दियोगिरी जाके अटैक कराया। ठीक है, तो बहुत ज़्यादा उतों संपत्ति लुट के लिया है, तो वो तुहाडे डर दे कारण अलाउद्दीन खिलजी तुहाडे डर दे कारण कड़ा मानिकपुर वापस आ गया, क्योंकि तुहानूं डर है कि तुसीं उहनूं मार ना दिओ। तो उमास बेग जाता है एज इट इज़ गल्लां कहंदा किनूं? जलाउद्दीन खिलजी नूं। ठीक है, तो उन्होंने चाचा बहुत खुश होंदा है अलाउद्दीन खिलजी का। अलाउद्दीन खिलजी का चाचा जलाउद्दीन खिलजी बहुत खुश होंदा है ये गल सुन के कि इन्नी संपत्ति लुट के लिया है। तो जिहड़ा उलमास बेग है, अलमास बेग उन्होंने कहता है जलाउद्दीन खिलजी नूं कि अलाउद्दीन खिलजी ने तुहानूं इनवाइट किया कित्थे? कड़ा मानिकपुर, उत्थे आओ, तो तुहाडे डर दे कारण वो दिल्ली सल्तनत नहीं आ रहे। ठीक है, वो गल मान लैंदा अलमास बेग दी जलाउद्दीन खिलजी, तो आपकी सेना नूं कहंदा है तैयार हो जाओ, आपां कित्थे जाना है? कड़ा मानिकपुर। जिवें उस सेना की टुकड़ी नूं आदेश दिंदा है, तो अलमास बेग की कहंदा उन्होंने जलाउद्दीन खिलजी नूं कि सेना की टुकड़ी तुसीं नाल ना लैके जाओ। अलाउद्दीन खिलजी नूं ऐं लगेगा कि उहदे ते हमला करन आ रहे ते वो गंगा च छाल मार देगा। ठीक है, गंगा नदी च। तो वो अपनी जिहड़ा जलाउद्दीन खिलजी आपकी सेना नूं कहंदा कि नहीं जाना तुसीं नाल। ठीक है, सेना नूं मना कर दिंदा है। फिर जिवें ही उत्थों निकलते हैं कड़ा मानिकपुर लई, तो गंगा नदी के किनारे पहुँचते हैं। ठीक है, तो नाल अपने थोड़े जी बॉडीगार्ड लैके आया होंदा है जलाउद्दीन खिलजी, 4-5 बॉडीगार्ड लैके आया होंदा है। ठीक है, तो की होंदा है अलमास बेग फिर उन्होंने कहता है कि तुसीं अपने बॉडीगार्ड भी इत्थे छड्ड जाओ, एवें उन्होंने ये लगेगा कि तुसीं उन्होंने मारन आ रहे हो, तो फिर गंगा नदी की छाल मार देगा अलाउद्दीन खिलजी। जलाउद्दीन उन्होंने फिर गल मान लेंदा अलमास बेग दी। ठीक है, अपने बॉडीगार्ड नूं नदी के किनारे ही ला देंदा है, तो पहुँचता है कड़ा मानिकपुर अलाउद्दीन खिलजी को।
ਜਿਵੇਂ ਅਲਾਉਦੀਨ ਖਿਲਜੀ ਨੂੰ ਵੇਖਦਾ ਜਲਾਉਦੀਨ ਖਿਲਜੀ ਜਲਾਉਦੀਨ ਖਿਲਜੀ ਉਹਨੂੰ ਹੱਕ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ, ਜੱਫੀ ਪਾਉਂਦਾ ਤੇ ਅਲਾਉਦੀਨ ਖਿਲਜੀ ਕੀ ਕਰਦਾ, ਉਹਦਾ ਸਿਰ ਧੜ ਤੋਂ ਅਲੱਗ ਕਰ ਦਿੰਦਾ ਤਲਵਾਰ ਨਾਲ, ਠੀਕ ਹੈ। ਇਹਨੂੰ ਹੀ ਆਪਾਂ ਖਿਲਜੀ ਕ੍ਰਾਂਤੀ ਕਹਿੰਦੇ ਹਾਂ, ਖਿਲਜੀ ਰੈਵੋਲੂਸ਼ਨ ਕਹਿੰਦੇ ਹਾਂ, ਠੀਕ ਹੈ। ਕਿਉਂਕਿ ਉਸ ਤੋਂ ਬਾਅਦ 'ਚੋਂ ਉਹਦਾ ਜਿਹੜਾ ਸਿਰ ਹੈ ਉਹ ਆਪਣੀ ਤਲਵਾਰ ਦੀ ਨੋਕ ਉੱਤੇ ਰੱਖ ਕੇ ਇਹ ਕੜਾ ਮਾਣਿਕਪੁਰ ਤੋਂ ਦਿੱਲੀ ਜਾਂਦਾ ਹੋਇਆ ਸਾਰੇ ਰਸਤੇ ਐਂ ਘੁਮਾਉਂਦਾ ਹੋਇਆ, ਠੀਕ ਹੈ। ਜਿਹੜੀ ਇੰਨੀ ਸੰਪਤੀ ਉਹਨੇ ਲੁੱਟੀ ਸੀ ਉੱਥੋਂ ਦੇਵਗਿਰੀ ਤੋਂ, ਉਹ ਰਸਤੇ 'ਚ ਲੋਕਾਂ ਨੂੰ ਵੰਡਦਾ ਹੋਇਆ ਦਿੱਲੀ ਸਲਤਨਤ ਵੱਲ ਜਾਂਦਾ ਅਤੇ ਖੁਦ ਨੂੰ ਸੁਲਤਾਨ ਡਿਕਲੇਅਰ ਕਰ ਦਿੰਦਾ, ਠੀਕ ਹੈ। ਪਹਿਲੇ ਤਾਂ ਸੁਲਤਾਨ ਇਹਨੂੰ ਹਥਿਆਰਾ ਮੰਨਦੇ ਪਏ ਸੀ ਆਪਣੀ ਚਾਚਾ ਦਾ, ਜਿਵੇਂ ਉਹ ਸੰਪਤੀ ਉਲਟਾਉਣਾ ਸ਼ੁਰੂ ਕਰਦਾ ਅਤੇ ਉਹਨੂੰ ਸੁਲਤਾਨ ਮੰਨਣਾ ਸ਼ੁਰੂ ਕਰ ਦਿੰਦੇ ਨੇ ਅਲਾਉਦੀਨ ਖਿਲਜੀ ਨੂੰ। ਕਲੀਅਰ ਹੈ, ਠੀਕ ਹੈ। ਇਹਨੂੰ ਦੁਬਾਰਾ ਤੋਂ ਸੁਣਨਾ ਨਾ ਤੁਸੀਂ। ਅਤੇ ਹੁਣ ਆਪਾਂ ਨੈਕਸਟ ਗੱਲ ਕਰਾਂਗੇ ਜਿਹੜੇ ਨੇ ਟੈਕਸ ਸੀ 1294 'ਚ, ਠੀਕ ਹੈ, ਬਿਸਲਾ ਮੱਧ ਪ੍ਰਦੇਸ਼। ਜਲਾਉਦੀਨ ਖਿਲਜੀ ਭੇਜਦਾ ਕਿ ਨੂੰ ਆਪਦੇ ਭਤੀਜੇ ਨੂੰ ਅਲਾਉਦੀਨ ਖਿਲਜੀ ਨੂੰ, ਠੀਕ ਹੈ, ਜਿੱਤ ਕੇ ਲਿਆਂਦਾ ਬਹੁਤ ਜ਼ਿਆਦਾ ਸੰਪਤੀ, ਠੀਕ ਹੈ, ਅਤੇ ਸੂਬੇਦਾਰੀ ਮਿਲ ਜਾਂਦੀ ਕਿਹਦੀ, ਕੜਾ ਮਾਣਿਕਪੁਰ ਦੀ, ਕਿਹਨੂੰ, ਅਲਾਉਦੀਨ ਖਿਲਜੀ ਨੂੰ। ਠੀਕ ਹੈ, ਸੂਬੇਦਾਰ ਆਫ ਕੜਾ ਮਾਣਿਕਪੁਰ ਤੇ ਐਂਡ ਅਵਧ। ठीक है, फिर 1296 च भी अटैक करता है बिसला ते देवगिरी ते भेजा बिसला होंगे पर पहुंच जाता देवगिरी कित्थे है, महाराष्ट्र च है। बारह सौ 96 च अटैक करता देवगिरी ते, ठीक है। महाराष्ट्र च इत्थों भी संपत्ति फिर लुट के कित्थे चले जाता कड़ा माणिकपुर। क्लीयर है। जिहड़ा अलाउद्दीन खिलजी सी अलाउद्दीन खिलजी सी जिहड़ा मैं इहनूं एक ही लिख रहा, ठीक है, एक अलाउद्दीन खिलजी सी। ये जलाउद्दीन खिलजी का की सी नैफ्यू, सन इन लॉ, कमांडर इन चीफ, ते सूबेदार। क्लीयर है। जिहड़ा एक सी अलाउद्दीन खिलजी सी, जलाउद्दीन खिलजी का नैफ्यू, सन इन लॉ, कमांडर इन चीफ ते सूबेदार सी, ठीक है। क्लीयर है। रामचंद्र सी देवगिरी का रूलर उस टाइम जो अटैक किया सी अलाउद्दीन खिलजी ने। खिलजी क्रांति तुहानूं पता लग गया ना, जो मार दिंदा अलाउद्दीन खिलजी आपदे चाचे नूं जलाउद्दीन खिलजी नूं, ठीक है। ये सारा कुछ किहदे बारे सी, जलाउद्दीन खिलजी दे टाइम पीरियड दे दौरान, ठीक है। हुण आपां गल करांगे अलाउद्दीन खिलजी बारे। बहुत ही फेमस रूलर है, पिक्चर्स भी बनी हुई हैं, मूवीज तुसीं देखी होएगी अलाउद्दीन खिलजी, ठीक है। इनका टाइम पीरियड की सी 1296 तो लैके
1316 ठीक है। ਹੁਣ ਜਿਹੜਾ ਅਲਾਉਦੀਨ ਖਿਲਜੀ ਸੀ ਨਾ, ਇਹ ਆਪਦੇ ਆਪ ਨੂੰ ਵਰਲਡ ਮਤਲਬ ਵਿਸ਼ਵ ਵਿਜੇਤਾ ਬਣਨਾ ਚਾਹੁੰਦਾ ਸੀ, ਜਿੱਦਾਂ ਕਿ ਸਿਕੰਦਰ ਇਹ ਸਹਾਨੀ, ਅਲੈਗਜ਼ੈਂਡਰ ਟੂ ਹੈ ਨਾ, ਸਿਕੰਦਰ ਨੇ ਜਿਵੇਂ ਦੁਨੀਆ ਜਿੱਤੀ ਸੀ, ਉਸੇ ਤਰ੍ਹਾਂ ਇਹਨੇ ਜਿਹੜਾ ਅਲਾਉਦੀਨ ਖਿਲਜੀ ਸੀ ਇਹ ਵੀ ਦੁਨੀਆ ਜਿੱਤਣਾ ਚਾਹੁੰਦਾ ਸੀ। ਇਹਨੇ ਦੁਨੀਆ ਜਿੱਤਣ ਲਈ ਮਤਲਬ ਇਹਨੇ ਟਾਈਟਲ ਵੀ ਲੈ ਲਿਆ, ਕਿੰਦਾ ਟੁੱਕ ਦ ਟਾਈਟਲ ਆਫ ਸਿਕੰਦਰ ਏ ਸਾਨੀ, ਅਲੈਗਜ਼ੈਂਡਰ ਟੂ ਸਿਕੰਦਰ ਦਾ ਟਾਈਟਲ ਲੈ ਲਿਆ, ਤਾਂ ਕਿ ਛੋਟੇ ਮੋਟੇ ਰੂਲਰ ਤਾਂ ਵੈਸੇ ਹੀ ਡਰਦੇ ਨੇ ਇਹਦੇ ਕੋਲ, ਇੰਨਾ ਵੱਡਾ ਟਾਈਟਲ ਇਹਨੇ ਅਟੇਨ ਕਰ ਲਿਆ। ਠੀਕ ਹੈ। ਹੁਣ ਇਹਦਾ ਇੱਕ ਫਰੈਂਡ ਹੁੰਦਾ ਸੀ, ਠੀਕ ਹੈ, ਇਹਨੇ ਟੁੱਕ ਪਹਿਲਾਂ ਮੈਂ ਲਿਖ ਦੇਣਾ, ਅਲੈਗਜ਼ੈਂਡਰ ਟੂ। ਠੀਕ ਹੈ, ਇਹਨੇ ਟਾਈਟਲ ਲੈ ਲਿਆ ਸੀ। ਠੀਕ ਹੈ। ਇੱਕ ਇਹਦਾ ਫਰੈਂਡ ਹੁੰਦਾ ਸੀ ਅਲਾ ਉਲ ਮੁਲਕ, ਠੀਕ ਹੈ, ਉਹਦੀ ਗੱਲ ਇਹ ਮੰਨਦਾ ਸੀ ਐਕਚੁਅਲੀ ਅਲਾਉਦੀਨ ਖਿਲਜੀ। ਹੁਣ ਅਲਾ ਉਲ ਮੁਲਕ ਦੇ ਇਹਨੂੰ ਜਦੋਂ ਇਹਨੇ ਸੁਪਨਾ ਵੇਖਿਆ ਕਿ ਮੈਂ ਦੁਨੀਆ ਜਿੱਤਣਾ ਚਾਹੁੰਦਾ ਅਤੇ ਇੱਕ ਮੈਂ ਨਵਾਂ ਰਿਲੀਜਨ ਵੀ ਚਲਾਉਣਾ ਚਾਹੁੰਦਾ, ਇਹਨੇ ਮਨਾ ਕਰਤਾ ਉਹਨੂੰ ਅਲਾ ਉਲ ਮੁਲਕ ਨੇ ਕਿ ਇੱਦਾਂ ਤੂੰ ਨਾ ਕਰ, ਤੂੰ ਦੁਨੀਆ ਜਿੱਤਣ ਦੇ ਖ਼ਵਾਬ ਛੱਡ ਦੇ। ਜਿਹੜਾ ਸਿਕੰਦਰ ਏ ਸਾਨੀ ਜਾਂ ਅਲੈਗਜ਼ੈਂਡਰ ਟੂ ਹੈ, ਜਿਹੜਾ ਸਿਕੰਦਰ ਸੀ ਉਹਨੇ ਦੁਨੀਆ ਤਾਂ ਜਿੱਤੀ ਸੀ ਕਿਉਂਕਿ ਉਹਦਾ ਜਿਹੜਾ ਗੁਰੂ ਸੀ ਨਾ, ਉਹਦਾ ਗੁਰੂ ਸੀ ਐਰਿਸਟੋਟਲ। ਜਦੋਂ ਉਹ ਦੁਨੀਆ ਜਿੱਤਣ ਗਿਆ ਸੀ, ਪਿੱਛੇ ਯੂਰਪ ਸਾਰਾ ਸੰਭਾਲਿਆ ਸੀ ਐਰਿਸਟੋਟਲ ਨੇ। ਠੀਕ ਹੈ। ਨਾ ਹੀ ਤੇਰੇ ਕੋ ਅਲਾਉਦੀਨ ਖਿਲਜੀ ਕੋ ਇਸ ਟਾਈਮ ਕੋਈ ਗੁਰੂ ਹੈਗਾ ਜਿਹੜਾ ਉਹਦੀ ਦਿੱਲੀ ਸਲਤਨਤ ਨੂੰ ਸੰਭਾਲ ਸਕੇ। ਠੀਕ ਹੈ। ਨਾ ਹੀ ਫੇਵਰੇਬਲ ਕੰਡੀਸ਼ਨਸ ਹੈਗੇ ਆ, ਅਤੇ ਅਲਾ ਉਲ ਮੁਲਕ ਨੇ ਕਿਹਾ ਤੂੰ ਇੰਡੀਆ ਹੀ ਜਿੱਤ ਲੈ, ਉਹ ਤੇਰੇ ਲਈ ਕਾਫੀ ਹੈ। ਠੀਕ ਹੈ। ਇੰਡੀਆ ਹੀ ਜਿੱਤ ਲੈ, ਉਹ ਕਾਫੀ ਹੈ, ਅਤੇ ਨਾ ਕੋਈ ਰਿਲੀਜਨ ਚਲਾ ਹਲੇ। ਠੀਕ ਹੈ। ਨਵਾਂ ਰਿਲੀਜਨ ਚਲਾਉਣ ਬਾਰੇ ਸੋਚਿਆ ਸੀ ਅਲਾਉਦੀਨ ਖਿਲਜੀ ਨੇ। ਇਹਨੇ ਖੁਦ ਨੂੰ ਖਲੀਫਾ ਵੀ ਈਵਨ ਕਿ ਡਿਕਲੇਅਰ ਕਰਤਾ ਸੀ, ਅਤੇ ਇਹਨੇ ਈਵਨ ਕਿ ਜਿੱਤਣ ਲਈ ਮਤਲਬ ਇੰਡੀਆ ਜਿੱਤਣ ਲਈ ਇਹਨੇ ਸਾਊਥ ਇੰਡੀਆ ਦੇ ਮਿਸ਼ਨ ਵੀ ਕੀਤੇ ਸੀ, ਬਹੁਤ ਸਾਰੇ ਰਾਜ ਆਪਣੇ ਅੰਡਰ ਕੀਤੇ ਸੀ, ਕੌਂਕਰ ਕੀਤੇ ਸੀ, ਅਤੇ 4 ਰਾਜ ਜਿਹੜੇ ਸਾਊਥ 'ਚ ਇਹਨੇ ਫਤਿਹ ਕੀਤੇ ਸੀ, ਉਹਨਾਂ ਦਾ ਮੈਂ ਨਾਮ ਲਿਖ ਦਿੰਦਾ। ਸਭ ਤੋਂ ਪਹਿਲਾਂ ਤੁਹਾਨੂੰ ਹੁਣੇ ਗੱਲ ਕੀਤੀ ਸੀ ਦਿਓਗਿਰੀ ਬਾਰੇ, ਹੈ ਨਾ। ਠੀਕ ਹੈ। ਦਿਓਗਿਰੀ ਜਿੱਥੇ ਯਾਦਵ ਡਾਇਨੈਸਟੀ ਰੂਲ ਕਰ ਰਹੀ ਸੀ, ਦੇਵਗਿਰੀ ਵੀ ਕਹਿ ਦਿੰਦੇ ਇਹਨੂੰ। ਠੀਕ ਹੈ। ਇੱਥੇ ਕਿਹੜੀ ਡਾਇਨੈਸਟੀ ਰੂਲ ਕਰ ਰਹੀ ਸੀ? ਯਾਦਵ। ਇਹਨੇ ਸਾਊਥ ਇੰਡੀਆ 'ਚ ਇੱਕ ਆ ਜਿੱਤੀ ਸੀ, ਹੈ ਨਾ। ਇੱਕ ਦਵਾਰ ਸਮੁੰਦਰ, ਠੀਕ ਹੈ। ਇੱਕ ਵਰੰਗਲ, ਇਹ ਵੀ ਸਾਊਥ ਇੰਡੀਆ 'ਚ ਹੈ। ਇੱਥੇ ਕਪਤੀ ਡਾਇਨੈਸਟੀ ਰੂਲ ਕਰ ਰਹੀ ਸੀ। ਠੀਕ ਹੈ। ਚੌਥੀ ਡਾਇਨੈਸਟੀ ਕਿਹੜੀ ਸੀ? ਮਦੁਰੈ। ਇੱਥੇ ਪਾਂਡਿਆ ਡਾਇਨੈਸਟੀ ਰੂਲ ਕਰ ਰਹੀ ਸੀ। ਇਹ 4 ਇਹਨੇ ਸਾਊਥ ਇੰਡੀਆ 'ਚ ਵੀ ਜਿੱਤੇ ਸੀ। ਜਦੋਂ ਉਹਨੂੰ ਕਿਹਾ ਸੀ ਇੰਡੀਆ ਜਿੱਤ ਲੈ, ਉਹ ਤੇਰੇ ਲਈ ਕਾਫੀ ਹੈ, ਅਤੇ ਇਹਨੇ 4 ਰਾਜ ਸਾਊਥ ਇੰਡੀਆ ਦੇ ਵੀ ਜਿੱਤ ਲਏ ਸੀ ਈਵਨ ਕਿ ਉਸ ਟਾਈਮ 'ਤੇ। ਹੁਣ ਇਹਨੇ 4 ਜਦੋਂ ਆ ਰਾਜ ਜਿੱਤੇ ਸੀ, ਇਹਨੇ ਗਲਤੀ ਨਹੀਂ ਕੀਤੀ ਕਿ ਇਹਨਾਂ ਨੂੰ ਆਪਣੇ ਅੰਡਰ ਲੈਣ ਦੀ, ਮਤਲਬ ਦਿੱਲੀ ਸਲਤਨਤ 'ਚ ਰਲਾਇਆ ਨਹੀਂ। ਇਹਨੇ ਕੀ ਕੀਤਾ, ਇਹਨਾਂ ਨੂੰ ਫਤਿਹ ਕਰਕੇ ਇਹਨਾਂ ਕੋਲ ਟੈਕਸ ਲਿਆ। ਠੀਕ ਹੈ। ਭਾਰੀ ਟੈਕਸ ਲਿਆ, ਅਤੇ ਦਿੱਲੀ ਸਲਤਨਤ 'ਚ ਇਹਨਾਂ ਨੂੰ ਸ਼ਾਮਿਲ ਨਹੀਂ ਕੀਤਾ। ਇਹ ਇਹਨੇ ਸਿਰਫ ਇਹਨਾਂ ਕੋਲ ਟੈਕਸ ਲਿਆ ਸੀ। ਠੀਕ ਹੈ। ਫਿਰ ਇਹਦੀ ਮੁਲਾਕਾਤ ਹੁੰਦੀ ਹੈ ਮਲਿਕ ਕਫੂਰ ਨਾਲ। ਮਲਿਕ ਕਫੂਰ ਬਾਰੇ ਤੁਸੀਂ ਕਾਫੀ ਸੁਣਿਆ ਹੋਏਗਾ, ਉਹ ਇੱਕ ਹਿਜੜਾ ਸੀ। ਠੀਕ ਹੈ। ਮਲਿਕ ਕਫੂਰ ਆਪਾਂ ਹੁਣੇ ਗੱਲ ਕਰਾਂਗੇ, ਉਹਦੀ ਚੰਗੀ ਤਰ੍ਹਾਂ ਉਹਦੇ ਬਾਰੇ ਗੱਲ ਕਰਾਂਗੇ।
ਉਹਨੂੰ ਹਜ਼ਾਰ ਦੀ ਨਾਰੀ ਵੀ ਕਹਿੰਦੇ ਨੇ ਮਲਿਕ ਕਫੂਰ ਨੂੰ। ਤੇ ਇਹ ਜਦੋਂ ਗੁਜਰਾਤ ਮਿਸ਼ਨ ਤੇ ਗਿਆ ਸੀ ਉੱਥੇ ਇਹਨੂੰ ਖਰੀਦਿਆ ਸੀ ਮਲਿਕ ਕਫੂਰ ਨੂੰ। ਕਾਠੀਆਵਾਦ ਹੈਗਾ ਨਾ ਗੁਜਰਾਤ 'ਚ, ਉੱਥੋਂ ਖਰੀਦਿਆ ਸੀ ਇਹਨੂੰ। ਕਲੀਅਰ ਹੈ? ਇਹਨਾਂ ਮੈਂ ਤੁਹਾਨੂੰ ਅਟੈਕਸ ਦੱਸਦਾ, ਠੀਕ ਹੈ, ਕੁਛ ਇਹਦੇ ਮੇਜਰ ਅਟੈਕ ਸੀ। (1299) 'ਚ ਇਹਨੇ ਅਟੈਕ ਕੀਤਾ ਗੁਜਰਾਤ ਤੇ, ਠੀਕ ਹੈ, ਗੁਜਰਾਤ ਤੇ ਅਟੈਕ ਕੀਤਾ। ਉੱਥੇ ਬਘੇਲ ਕਿੰਗ ਸੀ ਜਿਹਦਾ ਨਾਮ ਸੀ ਕਰਨਦੇਵ। (1299) 'ਚ ਬਘੇਲ ਕਿੰਗ ਸੀ ਜਿਹਦਾ ਨਾਂ ਸੀ ਕਰਨਦੇਵ। ਬਘੇਲ ਕਿੰਗ ਕਰਨਦੇਵ ਦੀ ਵਾਈਫ ਦਾ ਨਾਮ ਕੀ ਸੀ? ਕਮਲਾ ਦੇਵੀ। ਹੁਣ ਜਦੋਂ ਇਹ ਗੁਜਰਾਤ ਤੇ ਅਟੈਕ ਕਰਦਾ ਹੈ ਅਲਾਉਦੀਨ ਖਿਲਜੀ, ਤੇ ਕਰਨਦੇਵ ਨੂੰ ਜਦੋਂ ਹਰਾਉਂਦਾ ਹੈ, ਉਸ ਤੋਂ ਬਾਅਦ 'ਚੋਂ ਕਮਲਾ ਦੇਵੀ ਜੋ ਕਿ ਉਹਦੀ ਵਾਈਫ ਸੀ, ਇਹ ਉਹਦੇ ਨਾਲ ਮੈਰਿਜ ਕਰ ਲੈਂਦਾ, ਹਰਾ ਕੇ ਅਲਾਉਦੀਨ ਖਿਲਜੀ ਕਮਲਾ ਦੇਵੀ ਨਾਲ ਵਿਆਹ ਕਰਾ ਦਿੰਦਾ ਹੈ। ਅਤੇ ਉਹਦੀ ਇੱਕ ਡੋਟਰ ਸੀ ਦੇਵਲ ਦੇਵੀ। ਹੁਣ ਦੇਵਲ ਦੇਵੀ ਦੇਵਗਿਰੀ ਚਲੀ ਜਾਂਦੀ ਹੈ ਆਪਣਾ ਗੁਜਰਾਤ ਛੱਡ ਕੇ, ਅਤੇ ਬਾਅਦ 'ਚੋਂ ਜਦੋਂ ਅਟੈਕ ਕਰਦਾ ਮਲਿਕ ਕਫੂਰ ਉੱਥੇ ਦੇਵਗਿਰੀ ਦੇ ਕੋਲ ਸਾਊਥ ਦੇ ਮਿਸ਼ਨ ਕਰਦਾ ਹੈ, ਠੀਕ ਹੈ, ਅਤੇ ਉੱਥੋਂ ਜਿਹੜੀ ਇਹਦੀ ਡੋਟਰ ਹੈ ਦੇਵਲ ਦੇਵੀ, ਉਹਨੂੰ ਚੱਕ ਕੇ ਲੈ ਆਉਂਦਾ ਕਿੱਥੇ? ਦਿੱਲੀ ਸਲਤਨਤ 'ਚ, ਅਤੇ ਵਿਆਹ ਕਰਾਉਂਦਾ ਅਲਾਉਦੀਨ ਖਿਲਜੀ ਦੇ ਮੁੰਡੇ ਖਿਜਰ ਖਾਨ ਨਾਲ, ਠੀਕ ਹੈ, ਦੇਵਲ ਦੇਵੀ ਦਾ। ਕਲੀਅਰ ਹੈ? ਇੱਥੋਂ ਹੀ ਜਦੋਂ ਇਹ ਮਿਸ਼ਨ ਕਰ ਰਿਹਾ ਸੀ ਗੁਜਰਾਤ ਦਾ, ਇੱਥੋਂ ਹੀ ਕਾਠੀਆਵਾਦ ਚੋਂ ਖਰੀਦਿਆ ਸੀ ਕਿਹਨੂੰ? ਮਲਿਕ ਕਫੂਰ ਨੂੰ। ਬੜੀ ਵਾਰੀ ਕੁਐਸਚਨ ਪੁੱਛਿਆ ਗਿਆ ਕਿ ਹਜ਼ਾਰ ਦੀ ਨਾਰੀ ਕਿਹਨੂੰ ਕਹਿੰਦੇ ਆ? ਹਜ਼ਾਰ ਦੀ ਨਾਰੀ ਕਹਿੰਦੇ ਆਪਾਂ ਮਲਿਕ ਕਫੂਰ ਨੂੰ। ਉਹ ਇੱਕ ਹਿਜੜਾ ਸੀ, ਇਹਨੂੰ ਕਮਾਂਡਰ ਇਨ ਚੀਫ ਬਾਅਦ ਚੋਂ ਅਲਾਉਦੀਨ ਖਿਲਜੀ ਬਣਾ ਦਿੰਦਾ ਆਪਣਾ ਇੱਕ ਹਿਜੜੇ ਨੂੰ। ਮਲਿਕ ਕਫੂਰ ਨੂੰ ਕਿਹਾ ਜਾਂਦਾ, ਇਹ ਬਹੁਤ ਇਹਦੀ ਹੈਲਪ ਕਰੇਗਾ ਸਾਊਥ ਇੰਡੀਆ ਮਿਸ਼ਨ 'ਚ। ਈਵਨ ਕਿ 1307 ਤੋਂ ਲੈ ਕੇ 1313 ਤੱਕ ਕਮਾਂਡਰ ਇਨ ਚੀਫ ਰਹਿੰਦਾ ਹੈ ਅਲਾਉਦੀਨ ਖਿਲਜੀ ਦਾ ਸਾਊਥ ਇੰਡੀਆ ਮਿਸ਼ਨ 'ਚ। ਕਲੀਅਰ ਹੈ? ਮਲਿਕ ਕਫੂਰ। ਫਿਰ 1299 'ਤੇ ਅਟੈਕ ਕੀਤਾ ਗੁਜਰਾਤ ਤੇ, ਫਿਰ 1300 ਦਾ ਅਟੈਕ ਕਰਦਾ ਹੈ ਰਣਥੰਭੌਰ ਤੇ। मैं मार्कर चेंज कर लूँ। उत्तर किंग कौन है? राणा हमीर। ठीक है, 1300 AD च अटैक करता है। रणथंभौर कितने है? राजस्थान च है। राणा हमीर उत्थे दा किंग सी, एक राजपूत किंग सी रणथंभौर च। ठीक है, जो अटैक करता अलाउद्दीन खिलजी तो राणा हमीर जो हारन वाली अवस्था से पहुँच जाता है, तो जो इन्हों की वाइफ को पता चलता है तो वह जोहर कर लेंगे है। ठीक है, कि सर मेरा जोड़ा हसबैंड है वो हारन वाला है, तो उनकी वाइफ जोहर कर लेंदी है राणा हमीर की। जोहर मतलब की होंगे अग्निकुंड च अपने आप को
ਜਲਾ ਦੇਣਾ, ਠੀਕ ਹੈ। ਜੌਹਰ ਜਿਹੜਾ ਅਗਨੀ ਕੁੰਡ ਹੁੰਦਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਆਤਮਦਾਹ ਕਰ ਲੈਣਾ ਵਾਈਫ ਦੇ ਦੁਆਰਾ, ਠੀਕ ਹੈ। ਜੌਹਰ ਕਰ ਲੈਂਦੇ, ਠੀਕ ਹੈ। ਫਿਰ ਇਹਨੇ ਨੈਕਸਟ ਅਟੈਕ ਕੀਤਾ ਸੀ 1303 ਚ ਚਿੱਤੌੜ ਤੇ। ਤੁਹਾਨੂੰ ਮੈਂ ਇਹਦੇ ਫਾਦਰ ਬਾਰੇ ਦੱਸ ਦਿੰਦਾ, ਫਾਦਰ ਦਾ ਨੇਮ ਕੀ ਸੀ ਅਲਾਉਦੀਨ ਖਿਲਜੀ ਨੇ। ਸ਼ਿਹਾਬੁਦੀਨ ਮਸੂਦ। ਸ਼ਿਹਾਬੁਦੀਨ ਮਸੂਦ ਅਲਾਉਦੀਨ ਖਿਲਜੀ ਦੇ ਫਾਦਰ ਦਾ ਨੇਮ ਸੀ। ਤੇ ਇਹਦਾ ਜਿਹੜਾ ਬਰਥ ਹੈ ਉਹ ਕਾਫੀ ਕੰਟਰੋਵਰਸ਼ੀਅਲ ਹੈ। ਕੁਛ ਲੋਕ 1250 ਵੀ ਕਹਿ ਦਿੰਦੇ ਨੇ, ਠੀਕ ਹੈ, ਕੁਛ 1275 ਕਹਿ ਦਿੰਦੇ ਨੇ, ਕੁਛ 1260 ਕਹੀ ਜਾਂਦੇ ਨੇ, ਤੇ ਉਹ ਕਾਫੀ ਵਿਵਾਦਿਤ ਹੈ, ਠੀਕ ਹੈ। ਇਸ ਕਰਕੇ ਇਹਦਾ ਜਿਹੜਾ ਬਰਥ ਹੈ ਉਹ ਕਾਫੀ ਕੰਟਰੋਵਰਸ਼ੀਅਲ ਹੈ। ਇਹਦਾ ਫਾਦਰ ਦਾ ਨੇਮ ਕੀ ਸੀ ਸ਼ਿਹਾਬੁਦੀਨ ਮਸੂਦ ਅਲਾਉਦੀਨ ਖਿਲਜੀ ਦੇ। ਫਿਰ 1303 ਤੇ ਅਟੈਕ ਕਰਦਾ ਇਹ ਕਿੱਥੇ, ਚਿੱਤੌੜ ਤੇ। ਹੁਣ ਚਿੱਤੌੜ ਜਿਹੜੀ ਜਗ੍ਹਾ ਉਹ ਕਿੱਥੇ ਹੈ, ਰਾਜਸਥਾਨ 'ਚ। ਉੱਥੋਂ ਦਾ ਰਾਜਾ ਕੌਣ ਸੀ, ਤੁਸੀਂ ਸੁਣਿਆ ਹੀ ਹੋਏਗਾ ਵੈਸੇ ਮੂਵੀ ਪਦਮਾਵਤੀ, ਠੀਕ ਹੈ, ਜਿਹੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੀ ਆਈ ਸੀ, ਜਿਹਦੇ 'ਚ ਜਿਹੜਾ ਸ਼ਾਹਿਦ ਕਪੂਰ ਸੀ ਉਹ ਰੋਲ ਪਲੇ ਕਰ ਰਿਹਾ ਸੀ ਕਹਿੰਦਾ ਰਾਣਾ ਰਤਨ ਸਿੰਘ ਦਾ, ਠੀਕ ਹੈ। ਹੁਣ ਚਿੱਤੌੜ ਤੇ 1303 ਅਟੈਕ ਕਰਦਾ ਹੈ ਕੌਣ, ਅਲਾਉਦੀਨ ਖਿਲਜੀ, ਠੀਕ ਹੈ। ਉੱਥੋਂ ਦਾ ਰਾਜਾ ਕੌਣ ਹੈ, ਰਾਣਾ ਰਤਨ ਸੇਨ, ਠੀਕ ਹੈ। ਰਾਣਾ ਰਤਨ ਸੇਨ ਹੈ। ਉਹਦੇ ਬਾਰੇ ਸਾਰਾ ਜਿਹੜਾ ਹੈ ਨਾ ਆਪਾਂ ਨੂੰ ਜਿਹੜਾ ਡਾਟਾ ਹੈ ਉਹ ਕਿੱਥੋਂ ਮਿਲਦਾ ਹੈ, 1542 'ਚ ਇੱਕ ਬੁੱਕ ਲਿਖੀ ਗਈ ਸੀ ਮਲਿਕ ਮੁਹੰਮਦ ਜੈਸੀ ਦੁਆਰਾ, ਠੀਕ ਹੈ, ਪਦਮਾਵਤ। ਉਹਦੇ ਵਿੱਚੋਂ ਆਪਾਂ ਨੂੰ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਉਸ ਬੁੱਕ 'ਚ। ਉਸ ਬੁੱਕ 'ਤੇ ਬੇਸ 'ਤੇ ਉਹ ਫਿਲਮ ਆਈ ਥਿੰਕ ਬਣੀ ਹੋਈ ਹੈ, ਠੀਕ ਹੈ। ਮਲਿਕ ਮੁਹੰਮਦ ਜੈਸੀ ਦੁਆਰਾ ਲਿਖੀ ਗਈ ਸੀ 1542 'ਚ, ਠੀਕ ਹੈ। ਜਦੋਂ ਮੁਗਲ ਵੰਸ਼ ਹੋ ਜਾਏਗਾ ਇੱਥੇ ਸ਼ੁਰੂ, ਉਦੋਂ ਬੁੱਕ ਲਿਖੀ ਗਈ ਸੀ। ਹੁਣ ਹੋਇਆ ਕੀ ਸੀ ਕਿ ਜਿਹੜੀ ਪਦਮਾਵਤ ਹੈ, ਇਹ ਪਦਮਾਵਤ ਜਿਹੜੇ ਪਦਮਨੀ ਐਕਚੁਅਲੀ ਜਿਹੜੀ ਕਿ ਕੁਈਨ ਦਾ ਨਾਮ ਹੁੰਦਾ, ਇਹ ਕਿੱਥੋਂ ਹੁੰਦੀ ਹੈ, ਇਹ ਸ਼੍ਰੀਲੰਕਾ, ਠੀਕ ਹੈ, ਸ਼੍ਰੀਲੰਕਾ ਦੀ ਹੁੰਦੀ ਹੈ। ਉਸ ਟਾਈਮ ਉਹਦਾ ਨਾਮ ਕੀ ਸੀ, ਸਿੰਘਾਲ ਆਈਲੈਂਡ, ਠੀਕ ਹੈ। ਸਿੰਘਾਲ ਆਈਲੈਂਡ ਉਹਦਾ ਨਾਮ ਸੀ। ਸਿੰਘਾਲ ਆਈਲੈਂਡ 'ਤੇ, ਠੀਕ ਹੈ, ਉਹ ਇੱਕ ਰਾਜਾ ਰੂਲ ਕਰ ਰਿਹਾ ਸੀ, ਉਹਦੀ ਕੁੜੀ ਸੀ ਪਦਮਨੀ, ਠੀਕ ਹੈ। ਅਤੇ ਜਿਹੜੀ ਹੁਣ ਕੀ ਹੁੰਦਾ, ਰਾਣਾ ਰਤਨ ਸਿੰਘ ਕਿੱਥੇ ਰੂਲ ਕਰਦਾ, ਰਾਜਸਥਾਨ ਚਿੱਤੌੜ 'ਤੇ। ਹੁਣ ਇੱਕ ਤੋਤਾ ਹੁੰਦਾ, ਠੀਕ ਹੈ, ਜਿਹੜਾ ਤੋਤਾ ਹੁੰਦਾ ਉਹਦਾ ਨਾਮ ਕੀ ਹੁੰਦਾ, ਹੀਰਾਮਨ, ਹੀਰਾਮਨ, ਠੀਕ ਹੈ। ਹੀਰਾਮਨ ਜਾ ਕੇ ਉਹਦੀ ਖੂਬਸੂਰਤੀ ਦਾ, ਜਿਹੜੀ ਰਾਣੀ ਪਦਮਨੀ ਦਾ ਰਾਣਾ ਰਤਨ ਸੇਨ ਬਾਰੇ ਰਾਣਾ ਰਤਨ ਸੇਨ ਨੂੰ ਦੱਸਦਾ ਰਾਣੀ ਪਦਮਨੀ ਬਾਰੇ, ਠੀਕ ਹੈ, ਉਹਦੀ ਖੂਬਸੂਰਤੀ ਦਾ। ਅਤੇ ਉਹ ਸੋਚ ਲੈਂਦਾ ਰਾਣਾ ਰਤਨ ਸੇਨ ਕਿ ਮੈਂ ਅਟੈਕ ਕਰਾਂਗਾ ਕਿੱਥੇ, ਸ਼੍ਰੀਲੰਕਾ 'ਚ, ਠੀਕ ਹੈ, ਕਿੱਥੇ, ਸ਼੍ਰੀਲੰਕਾ 'ਚ। ਉੱਥੋਂ ਸ਼੍ਰੀਲੰਕਾ ਜਾਂਦਾ, ਅਟੈਕ ਕਰਦਾ ਅਤੇ ਪਦਮਨੀ ਨੂੰ ਕਿਡਨੈਪ ਕਰ ਲੈਂਦਾ ਅਤੇ ਉੱਥੋਂ ਮਤਲਬ ਲੈ ਆਉਂਦਾ ਰਾਕਸ਼ਸ ਵਿਵਾਹ ਉਹਨੂੰ ਆਪਾਂ ਕਹਿੰਦੇ ਹਾਂ, ਜਿੱਦਾਂ ਤੁਹਾਨੂੰ ਆਪਾਂ ਪਹਿਲੇ ਵੀ ਪੜ੍ਹਿਆ ਸੀ ਰਾਕਸ਼ਸ ਵਿਵਾਹ ਬਾਰੇ, ਠੀਕ ਹੈ। ਉਹਨੂੰ ਉੱਥੋਂ ਲੈ ਆਉਂਦਾ ਅਤੇ ਚਿੱਤੌੜ 'ਚ ਆ ਕੇ ਸ਼ਾਦੀ ਕਰ ਲੈਂਦੇ ਨੇ, ਮੈਰਿਜ ਕਰ ਲੈਂਦੇ ਨੇ। ਅਤੇ ਉਸ ਤੋਂ ਬਾਅਦ 'ਚੋਂ ਕੀ ਹੁੰਦਾ ਹੈ, ਅਲਾਉਦੀਨ ਖਿਲਜੀ ਨੂੰ ਵੀ ਰਾਣੀ ਪਦਮਾਵਤੀ ਬਾਰੇ, ਰਾਣੀ ਪਦਮਨੀ ਬਾਰੇ, ਰਾਣੀ ਪਦਮਨੀ ਦੀ ਖੂਬਸੂਰਤੀ ਦਾ ਪਤਾ ਲੱਗ ਜਾਂਦਾ ਹੈ। ਅਤੇ ਇਹ ਵੀ ਸੋਚਦਾ ਮੈਂ ਅਲਾਉਦੀਨ ਖਿਲਜੀ ਅਟੈਕ ਕਰਾਂਗਾ ਕਿੱਥੇ, ਚਿੱਤੌੜ 'ਤੇ। ਹੁਣ 1303 'ਤੇ ਇਹ ਚਿੱਤੌੜ ਮਿਸ਼ਨ ਕਰਦਾ ਹੈ, ਠੀਕ ਹੈ। ਜਦੋਂ ਇਹ ਅਟੈਕ ਕਰਦਾ ਹੈ ਅਤੇ ਰਾਣਾ ਰਤਨ ਸੇਨ ਸਾਹਮਣੇ ਇੱਕ ਸ਼ਰਤ ਰੱਖਦਾ ਹੈ ਕਿ ਮੈਨੂੰ ਦਰਪਣ 'ਚ ਮਤਲਬ ਸ਼ੀਸ਼ੇ 'ਚ ਸਿਰਫ ਇੱਕ ਝਲਕ ਵਿਖਾ ਦਿੱਤੀ ਜਾਵੇ ਕਹਿੰਦੀ ਰਾਣੀ ਪਦਮਨੀ ਦੀ, ਅਤੇ ਮੈਂ ਇੱਥੋਂ ਵਾਪਸ ਚੱਲ ਜਾਵਾਂਗਾ, ਠੀਕ ਹੈ। ਰਾਣਾ ਰਤਨ ਸੇਨ ਇਹਦੀ ਗੱਲ ਇਹ ਮੰਨ ਲੈਂਦਾ। ਹੁਣ ਰਾਣਾ ਰਤਨ ਸੇਨ ਇਹਦੀ ਗੱਲ ਜਦੋਂ ਮੰਨਦਾ ਅਤੇ ਜਦੋਂ ਉਹ ਰਾਣੀ ਪਦਮਨੀ ਨੂੰ ਦਰਪਣ 'ਤੇ ਵੇਖਦਾ ਅਲਾਉਦੀਨ ਖਿਲਜੀ, ਅਤੇ ਉਹ ਘਾਇਲ ਹੋ ਜਾਂਦਾ ਉਹਦੀ ਖੂਬਸੂਰਤੀ ਦਾ ਵੇਖ ਕੇ, ਠੀਕ ਹੈ। ਉਸ ਤੋਂ ਬਾਅਦ 'ਚੋਂ ਉਹ ਕਹਿੰਦੇ ਨੇ ਬੇਹੋਸ਼ ਹੀ ਹੋ ਜਾਂਦਾ, ਮਤਲਬ ਉਹਦੀ ਖੂਬਸੂਰਤੀ ਵੇਖ ਕੇ। ਅਤੇ ਜਦੋਂ ਉਹਨੂੰ ਹੋਸ਼ ਆਉਂਦੀ ਹੈ ਤਾਂ ਉਹ ਆਪਣੀ ਸੈਨਾ ਨੂੰ ਕਹਿ ਦਿੰਦਾ ਅਟੈਕ ਕਰੋ ਕਹਿੰਦੇ 'ਤੇ ਚਿੱਤੌੜ 'ਤੇ। ਜਦੋਂ ਅਟੈਕ ਸ਼ੁਰੂ ਹੋ ਜਾਂਦਾ ਹੈ ਚਿੱਤੌੜ 'ਤੇ, ਅਤੇ ਜਦੋਂ ਯੁੱਧ ਚੱਲ ਰਿਹਾ ਹੁੰਦਾ, ਜਦੋਂ ਪਤਾ ਲੱਗ ਜਾਂਦਾ ਹੁਣ ਰਾਜਪੂਤ ਸੈਨਿਕ ਜਦੋਂ ਬਾਹਰ ਆ ਕੇ ਲੜਦੇ ਨੇ ਕਿਲੇ ਤੋਂ, ਜਦੋਂ ਯੁੱਧ ਚੱਲ ਰਿਹਾ ਹੁੰਦਾ, ਅਤੇ ਜਦੋਂ ਰਾਜਪੂਤਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਅਸੀਂ ਹਾਰਨ ਵਾਲੇ ਹਾਂ, ਅਤੇ ਜਿਹੜੀ ਰਾਣੀ ਪਦਮਨੀ ਕੋ ਇਨਫੋਰਮੇਸ਼ਨ ਪਹੁੰਚਦੀ ਹੈ ਕਿ ਆਪਣਾ ਰਾਣਾ ਰਤਨ ਸੇਨ ਉਹਦਾ ਹਸਬੈਂਡ ਹੈ ਉਹ ਹਾਰਨ ਵਾਲਾ ਮੈਦਾਨ 'ਚ। ਅਤੇ ਉਹ ਕੀ ਕਰਦੇ ਹੈ, ਜਿਹੜਾ ਉੱਥੇ ਅਗਨੀ ਕੁੰਡ ਉਹ ਚੱਲ ਰਿਹਾ ਹੁੰਦਾ, ਉੱਥੇ ਆਪਣੀ ਸਾਰੀ ਰਾਣੀਆਂ ਮਤਲਬ ਰਲ ਕੇ ਜਿਹੜੀ ਉਹਦੇ ਨਾਲ ਸੀ, ਠੀਕ ਹੈ, ਉਹ ਆਤਮਦਾਹ ਕਰ ਲੈਂਦੇ ਨੇ ਅਗਨੀ ਕੁੰਡ 'ਚ, ਜਿਹਨੂੰ ਕਿ ਜੌਹਰ ਕਿਹਾ ਗਿਆ,
ठीक है। ये आमिर खुसरो ने आपकी बुक च भी लिखा गया, ठीक है। आमिर खुसरो ने अपनी बुक च भी लिखा है। खैजनुल फतू सर्च कर लेने करी, यही है ना, फितू, खैजनुल फितू, आमिर खुसरो, ठीक है। 1303 चित्तौड़ मिशन करता है। ये सारा कुछ ये जड़ा जौहर है ये अपनी इस बुक च आमिर खुसरो ने मैंशन किया है, ठीक है। मलिक मुहम्मद जैसी ने 1542 बुक लिखी सी, ये आमिर खुसरो की बुक है खैजनुल फितू। 1303 चित्तौड़ मिशन करते हैं। ठीक है, उत्थों का राजा आ सी ते पद्मनी क्वीन का नाम सी। पैरट तो पता लगता है इनकी खूबसूरती बारे, ठीक है। चित्तौड़ मिशन किया सी ते हार गया सी कौन, राणा रतन सेन इस लड़ाई च। आमिर खुसरो ने खिजनुल जड़ी फितू इस बुक च लिखा भी है जौहर बारे किदा, क्योंकि जड़ा आमिर खुसरो है ना वो इहदे नाल ही गया सी अलाउद्दीन खिलजी दे। जड़ा आमिर खुसरो वो यूपी दे एटा तो बिलोंग करता है, ठीक है, यूपी दे एटा तो। उन्हें 8 सुल्तान का मतलब कि 8 सुल्तान नू विटनैस किया है चंगी तरह, ठीक है, जिंदे मैक्सिमम टाइम पीरियड अलाउद्दीन खिलजी का विटनैस किया उन्हें आमिर खुसरो ने। यूपी दे एटा तो है, ठीक है। इन्हें 8 सुल्तान नू विटनैस किया। मलिक मुहम्मद जायसी ने 1542 बुक लिखी सी, ठीक है, मलिक मुहम्मद जायसी, ठीक है। हुण नैक्सट गल करिए, नैक्सट अटैक सी वो कित्थे सी, 1305 मालवा क्षेत्र ते। मालवा कित्थे है जी, मालवा MP च है, ठीक है। इन्हें मालवा ते अटैक किया सी ते उसका किंग कौन सी, महालदेव, ठीक है। फिर 1305 मालवा का अटैक किया, बहुत वड्डा क्षेत्र से मालवा का। एक्चुअली मलिक कफूर ने इन्हें भी बड़ी जगह भेजा, कभी कभी आप भी नहीं जाता सी, मतलब काफ़ी अटैक्स उन्हें भी फतेह किए हैं मलिक कफूर ने, तो दिल्ली सल्तनत के रलाए ने। महालदेव उत्थों का रूलर से, उन्होंने हराया सी 1305, ठीक है। फिर 1308 इन्हें अटैक किया सी शिवेना, बाड़मेर राजस्थान च, ठीक है। ठीक है, राजस्थान च उत्थों का रूलर कौन है, शीतल देव। फिर इनू हरा के आ जगह कब्जे की सी, ठीक है। फिर 1311 च इन्हें किया जलोर ते, जलोर ते ये भी राजस्थान च जी। कन्हार देव इतों का रूलर सी।
ਇਹਨੂੰ ਹਰਾਇਆ ਸੀ 1311 ਚ, ਠੀਕ ਹੈ। ਜਲੋਰ ਤੇ ਅਟੈਕ ਕੀਤਾ ਸੀ, ਇਹਨੂੰ ਹਰਾਇਆ ਸੀ ਕਨਹਰ ਦੇਵ ਨੂੰ, ਤੇ ਇਹਨੂੰ ਵੀ ਆਪਣੇ ਅੰਡਰ ਕੀਤਾ ਸੀ ਦਿੱਲੀ ਸਲਤਨਤ ਤੇ। ਹੁਣ ਆਪਾਂ ਜਿਹੜੀ ਨੈਕਸਟ ਗੱਲ ਕਰਨੀ ਹੈ ਸਾਊਥ ਇੰਡੀਆ ਮਿਸ਼ਨਸ ਬਾਰੇ, ਠੀਕ ਹੈ, ਉਹ ਆਪਾਂ ਕਰਾਂਗੇ ਨੈਕਸਟ ਵੀਡੀਓ 'ਚ, ਠੀਕ ਹੈ। ਇਹ ਸਾਰਾ ਕੁਝ ਰਿਵਾਈਜ਼ ਕਰ ਲੈਣਾ ਚੰਗੀ ਤਰ੍ਹਾਂ, ਅਲਾਉਦੀਨ ਖਿਲਜੀ ਬਾਰੇ, ਜਲਾਉਦੀਨ ਖਿਲਜੀ ਬਾਰੇ ਤੇ ਬਲਬਨ ਬਾਰੇ ਇਸ ਵੀਡੀਓ 'ਚ, ਠੀਕ ਹੈ। ਚੰਗੀ ਤਰ੍ਹਾਂ ਰਿਵਾਈਜ਼ ਕਰੋਗੇ, ਜਿਹੜਾ ਨਹੀਂ ਪੁਆਇੰਟ ਕਲੀਅਰ ਹੋਏਗਾ ਉਹ ਕਮੈਂਟ ਸੈਕਸ਼ਨ 'ਚ ਪੁੱਛ ਲੈਣਾ, ਠੀਕ ਹੈ। ਤੇ ਕੁਐਸਚਨ ਜਿਹੜੇ ਆ ਪ੍ਰੀਵੀਅਸ ਈਅਰ ਦੇ ਉਹ ਲਾਉਂਦੇ ਰਹੋ, ਠੀਕ ਹੈ। ਪ੍ਰੀਵੀਅਸ ਈਅਰ ਕੁਐਸਚਨ ਕਿਸੇ ਵੀ ਬੁੱਕ ਤੋਂ ਉਠਾਓ ਤੇ ਲਾਉਂਦੇ ਰਹੋ, ਤੇ ਆਪਣਾ ਜ਼ਰੂਰ ਰਿਵੀਜ਼ਨ ਜ਼ਰੂਰ ਰੱਖੋ, ਠੀਕ ਹੈ, ਵਰਨਾ ਸਾਰਾ ਮਾਈਂਡ ਤੋਂ ਸਕਿਪ ਹੋ ਜਾਏਗਾ, ਜੋ ਆਪਣੀ ਮਿਹਨਤ ਬੇਕਾਰ ਚਲ ਜਾਏਗੀ। ਸਿਰਫ ਵੀਡੀਓ ਦੇਖਣ ਨਾਲ ਕੁਝ ਨਹੀਂ ਹੋਣਾ, ਨਾਲ ਨਾਲ ਨੋਟਸ ਬਣਾਉਂਦੇ ਰਹੋ, ਠੀਕ ਹੈ। ਵੀਡੀਓ ਦੇਖਣ ਨਾਲ ਜੇ ਪੇਪਰ ਕਲੀਅਰ ਹੁੰਦੇ ਹੋਏ ਤਾਂ ਫਿਰ ਤਾਂ ਮਤਲਬ ਕੋਈ ਵੀ ਪੇਪਰ ਕਲੀਅਰ ਕਰ ਲੇ ਵੀਡੀਓ ਦੇਖ ਕੇ, ਉਹਨੂੰ ਰਿਵੀਜ਼ਨ ਮਸਟ ਹੈ, ਕਿਉਂਕਿ ਆਪਾਂ ਨੂੰ ਪੇਪਰ 'ਚ ਜਿਹੜੇ ਕੁਐਸਚਨ ਉਹ ਆਪਣੇ ਸੋਲਵ ਹੋਣੇ ਚਾਹੀਦੇ। ਵੀਡੀਓ ਦੇਖਣ ਨਾਲ ਸੋਲਵ ਨਹੀਂ, ਵੀਡੀਓ ਦੇਖ ਕੇ ਉਹਦੇ ਨੋਟਸ ਬਣਾਓ ਤੇ ਪ੍ਰੀਵੀਅਸ ਕੁਐਸਚਨਸ ਲਾਓ, ਠੀਕ ਹੈ। ਫਿਰ ਘਰ ਕੁਐਸਚਨ ਹਰ ਕੋਈ ਉੱਥੇ ਸੋਲਵ ਹੋਏਗਾ, ਠੀਕ ਹੈ। ਆਪਾਂ ਨੈਕਸਟ ਵੀਡੀਓ ਸੈਸ਼ਨ ਤੁਹਾਨੂੰ ਮਿਲਦੇ ਹਾਂ। ਟਿਲ ਦੈਨ ਟੇਕ ਕੇਅਰ।